ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਤਪਸ਼ ਪਿਛਲੇ 3-4 ਦਿਨਾਂ ਦੇ ਵਿੱਚ ਮੀਂਹ ਪੈਣ ਦੇ ਕਰਕੇ ਕਾਫੀ ਘਟ ਗਈ ਹੈ ਤੇ ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਆਉਂਦੇ 24 ਘੰਟੇ ਦੇ ਵਿੱਚ ਗਰਮੀ ਘਟੀ ਰਹਿਣੀ ਹੈ, ਪਰ ਮੀਂਹ ਕਣੀ ਦੀ ਕੋਈ ਸੰਭਾਵਨਾ ਨਹੀਂ ਪ੍ਰਗਟਾਈ ਗਈ। ਤੇ ਹੁਣ ਜੇ ਪਹਿਲੀ ਵੱਡੀ ਖਬਰ ਦੇ ਬਾਰੇ ਜਾਣਦੇ ਹਾਂ ਤਾਂ ਉਹ ਹੈ ਕਰੋਨਾ ਦੀ ਮਹਾਮਾਰੀ ਨਾਲ ਜੁੜੀ ਹੋਈ। ਭਾਰਤ ਦੂਜੇ ਨੰਬਰ ਦੇ ਉੱਤੇ ਆ ਗਿਆ। ਦੁਨੀਆ ਭਰ ਦੇ ਵਿੱਚੋਂ ਪਹਿਲੇ ਨੰਬਰ ਦੇ ਉੱਤੇ ਅਸੀਂ ਅਮਰੀਕਾ ਨੂੰ ਮੰਨਦੇ ਹਾਂ, ਹੈਗਾ ਵੀ ਆ। ਦੂਜੇ ਨੰਬਰ ਦੇ ਉੱਤੇ ਭਾਰਤ ਆ ਗਿਆ। ਪਹਿਲਾਂ ਭਾਰਤ ਤੀਜੇ ਨੰਬਰ ਦੇ ਉੱਤੇ ਸੀ, ਹੁਣ ਅਸੀਂ ਬ੍ਰਾਜ਼ੀਲ ਨੂੰ ਵੀ ਪਿੱਛੇ ਛੱਡਤਾ। ਤੇ ਅੱਜ ਮੈਂ WHO ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਹਦੇ ਵਿੱਚ ਇਹ ਗੱਲ ਲਿਖੀ ਗਈ ਸੀ ਕਿ ਜੇਕਰ ਭਾਰਤ ਦੇ ਵਿੱਚ 90 ਹਜ਼ਾਰ 24 ਘੰਟਿਆਂ ਦੇ ਵਿੱਚ ਇਸੇ ਤਰੀਕੇ ਨਾਲ ਕੇਸ ਆਉਂਦੇ ਰਹੇ, ਜੇਕਰ ਭਾਰਤ ਦੇ ਵਿੱਚ 95 ਹਜ਼ਾਰ 24 ਘੰਟਿਆਂ 'ਚ ਨਵੇਂ ਕੇਸ ਆਈ ਗਏ ਜਿਵੇਂ ਕਿ ਹੁਣ ਆ ਰਹੇ ਆ, ਤਾਂ ਫਿਰ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਅਮਰੀਕਾ ਨੂੰ ਵੀ ਪਿੱਛੇ ਛੱਡ ਦੇਣਾ ਤੇ ਫਿਰ ਪਹਿਲੇ ਨੰਬਰ ਦੇ ਉੱਤੇ ਭਾਰਤ ਕਰੋਨਾ ਦੇ ਮਾਮਲੇ ਦੇ ਵਿੱਚ ਵੀ ਹੋ ਜਾਣਾ। ਸੋ ਆਪਾਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹਾਂ, ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਜੇਕਰ ਅਸੀਂ ਪਹਿਲੇ ਨੰਬਰ ਦੇ ਉੱਤੇ ਪਹੁੰਚ ਜਾਂਦੇ, ਸਾਡੇ ਕੋਲੇ ਪ੍ਰਬੰਧਾਂ ਦੇ ਨਾਂ ਦੇ ਉੱਤੇ ਕੱਖ ਵੀ ਨਹੀਂ। ਸਾਡੇ ਕੋਲੇ ਰਾਇਆਂ, ਸਾਡੇ ਕੋਲੇ ਹਦਾਇਤਾਂ, ਸਾਡੇ ਕੋਲੇ ਸਲਾਹਾਂ, ਇਸ ਤੋਂ ਬਿਨਾਂ ਸਾਡੇ ਕੋਲੇ ਹੈ ਕੀ, ਜ਼ਰਾ ਸੋਚਣਾ ਵਿਚਾਰਨਾ ਬਣਦਾ। ਇਸ ਕਰਕੇ ਇਸ ਮਹਾਮਾਰੀ ਨੂੰ ਰੋਕਣ ਤੋਂ ਅੱਗੇ ਵਧਣ ਦੇ ਵਿੱਚ ਅਸੀਂ ਯੋਗਦਾਨ ਨਾ ਪਾਈਏ। ਅਸੀਂ ਇਹਤਿਆਤ ਦੀ ਵਰਤੋਂ ਕਰੀਏ ਆਪਣੇ ਲਈ ਤੇ ਆਪਣੇ ਟੱਬਰ ਦੇ ਲਈ ਤੇ ਸਕੇ ਸੰਬੰਧੀਆਂ ਦੇ ਲਈ। ਜੇਕਰ ਅਸੀਂ ਆਪੋ ਆਪਣੇ ਟੱਬਰ ਦੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਸ਼ਾਇਦ ਸਾਡਾ ਬਚਾਅ ਹੋਊਗਾ। ਤੇ ਜੇ ਅਸੀਂ ਇਹ ਗੱਲ ਕਹਿੰਦੇ ਰਹੇ ਸਰਕਾਰਾਂ ਨੇ ਕੁਝ ਨਹੀਂ ਕੀਤਾ, ਸਰਕਾਰਾਂ ਨੇ ਆ ਵੀ ਨਹੀਂ ਕਰਨਾ, ਸਰਕਾਰ ਇੱਥੇ ਵੀ ਫੇਲ ਸਾਬਤ ਹੋਈ ਹੈ, ਇਹ ਤਾਂ ਪਤਾ ਹੀ ਹੈ, ਚਿੱਟੇ ਦਿਨ ਵਾਂਗੂ ਸਾਫ਼ ਹੈ ਵੀ ਸਰਕਾਰਾਂ ਦੇ ਪੱਲੇ ਕੱਖ ਨਹੀਂ ਗਾ। ਉਹ ਸਿਰਫ ਰਾਇਆਂ ਦੇ ਸਕਦੀਆਂ, ਪ੍ਰਧਾਨ ਮੰਤਰੀ ਸਾਹਿਬ ਸਿਰਫ ਮਨ ਕੀ ਬਾਤ ਕਰ ਸਕਦੇ ਆ, ਸੂਬਾਈ ਸਰਕਾਰਾਂ ਸਿਰਫ ਤੇ ਸਿਰਫ ਇਹ ਗੱਲ ਕਹਿ ਸਕਦੀਆਂ ਇੰਨੀ ਤਰੀਕ ਨੂੰ ਲੋਕਡਾਊਨ ਹੋਊਗਾ, ਇੰਨੀ ਤਰੀਕ ਨੂੰ ਕਰਫਿਊ ਲੱਗੂਗਾ, ਦੁਕਾਨਾਂ ਇੱਦਾਂ ਬੰਦ ਕਰ ਦੇਣੀਆਂ, ਆਹ ਚੀਜ਼ ਐਂ ਖੋਲ੍ਹ ਲੈਣੀਆਂ। ਸੋ ਇਹਨਾਂ ਦੇ ਨਾਲ ਲੋਕਾਂ ਦੀ ਰੋਟੀ ਨਹੀਂ ਚੱਲਣੀ। ਇਸ ਕਰਕੇ ਬਚਾਅ ਦੇ ਵਿੱਚ ਬਚਾਅ। ਭਾਰਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਹਾਮਾਰੀ ਵੱਧ ਰਹੀ ਹੈ ਤੇ ਜਿਸ ਤਰੀਕੇ ਨਾਲ ਹੱਲ ਦੀ ਕੋਈ ਸੰਭਾਵਨਾ ਨਹੀਂ, ਸੱਚੀ ਮੁੱਚੀ ਬੜੀ ਚਿੰਤਾਜਨਕ ਗੱਲ ਇਹ ਹੈਗੀ ਆ। ਤੇ ਜੇਕਰ ਇਕੱਲੇ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਵੀ ਪਿਛਲੇ 15-20 ਦਿਨਾਂ ਤੋਂ ਕੋਈ ਇੱਕ ਦਿਨ ਇਹੋ ਜਿਹਾ ਦੱਸੋ ਜਦੋਂ 1500 ਤੋਂ ਲੈ ਕੇ ਤੇ 1700-1800 ਕੇਸ 24 ਘੰਟਿਆਂ ਦੇ ਵਿੱਚ ਨਾ ਆਇਆ ਹੋਵੇ। ਪੰਜਾਬ ਦੇ ਵਿੱਚ 106 ਮੌਤਾਂ ਵੀ ਇੱਕ ਦਿਨ ਹੋਈਆਂ, 55 ਮੌਤਾਂ, 65 ਮੌਤਾਂ, 72 ਮੌਤਾਂ, 52 ਮੌਤਾਂ। ਇਹ ਤਾਂ ਹਰ ਰੋਜ਼ ਦੀ ਗੱਲ ਹੈਗੀ ਆ। ਸੋ ਪੰਜਾਬ ਦੇ ਵਿੱਚ ਲਗਾਤਾਰ ਮਹਾਮਾਰੀ ਵੱਧ ਰਹੀ ਆ। ਪਰ ਦੁੱਖ ਦੀ ਗੱਲ ਇਹ ਵੀ ਹੈ ਕਿ ਕਈ ਲੋਕ ਲਗਾਤਾਰ ਵੀਡੀਓ ਗਲਤ ਫਲਤ ਪਾ ਕੇ ਲੋਕਾਂ ਦੇ ਮਨਾਂ ਵਿੱਚ ਭੈ ਵੀ ਪੈਦਾ ਕਰ ਰਹੇ ਆ। ਮੈਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਜੇਕਰ ਤੁਹਾਡੇ ਕੋਲੇ ਕੋਈ ਸਬੂਤ ਹੈ, ਕੋਈ ਤੱਥ ਹੈ, ਤਾਂ ਬਿਲਕੁਲ ਤੁਹਾਨੂੰ ਮੀਡੀਆ ਦੇ ਮੂਹਰੇ ਬਾਸਬੂਤ ਗੱਲ ਕਰ ਲੈਣੀ ਚਾਹੀਦੀ ਹੈ। ਪਰ ਜੇਕਰ ਤੱਥ ਹੈ ਨਹੀਂ ਤੇ ਅਸੀਂ ਐਵੇਂ ਕਈ ਜਗ੍ਹਾ ਅੰਗ ਕੱਢ ਲਏ ਜਾਂਦੇ ਹਨ, ਬੰਦੇ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਜ਼ਹਿਰ ਦਾ ਟੀਕਾ ਦੇ ਕੇ ਮਾਰਿਆ ਜਾ ਰਿਹਾ ਹੈ। ਇੱਦਾਂ ਦੀ ਸਾਨੂੰ ਅਫਵਾਹ ਨਹੀਂ ਫੈਲਾਉਣੀ ਚਾਹੀਦੀ, ਕਿਉਂਕਿ ਪ੍ਰਬੰਧ ਸਾਡੇ ਕੋਲੇ ਪਹਿਲਾਂ ਹੈ ਨਹੀਂ ਜਾਂ ਬਹੁਤ ਘੱਟ ਹੈ। ਉੱਤੋਂ ਅਸੀਂ ਲੋਕਾਂ ਦੇ ਮਨਾਂ ਵਿੱਚ ਸ਼ੱਕ ਪੈਦਾ ਕਰ ਦਈਏ ਤਾਂ ਨੁਕਸਾਨ ਫਿਰ ਵੀ ਸਾਡੇ ਆਪਣੇ ਭੈਣ ਭਰਾਵਾਂ ਦਾ, ਨੁਕਸਾਨ ਫਿਰ ਵੀ ਸਾਡੇ ਆਪਣੇ ਪੰਜਾਬ ਦਾ। ਪਿਛਲੇ ਦਿਨੀ ਇੱਕ ਖਬਰ ਆਈ, ਇੱਕ ਵੀਡੀਓ ਦੇਖੀ, ਮੈਂ ਆਪ ਵੀ ਦੇਖੀ, ਸ਼ਾਇਦ ਤੁਸੀਂ ਵੀ ਦੇਖੀ ਹੋਵੇ। ਉਹਦੇ ਵਿੱਚ ਇੱਕ ਪੁਲਿਸ ਦੀ ਵਰਦੀ ਦੇ ਵਿੱਚ ਵਿਅਕਤੀ ਹੈ ਜਿਹੜਾ ਕਿ ਗੱਡੀ ਨੂੰ ਸਾਈਡ ਦੇ ਉੱਤੇ ਲਾ ਕੇ ਖੜਾ। ਉਹ ਆਪਣੀ ਜੇਬ ਦੇ ਵਿੱਚੋਂ ਦਾਰੂ ਦੀ ਬੋਤਲ ਕੱਢਦਾ, ਫਿਰ ਉਹ ਇੱਕ ਗੱਡੀ ਦੇ ਵਿੱਚੋਂ ਗਲਾਸ ਕੱਢਦਾ, ਪਾਣੀ ਦੀ ਬੋਤਲ ਕੱਢਦਾ, ਫਿਰ ਉਹ ਪੈਗ ਬਣਾ ਕੇ ਗੱਲ ਕਹਿੰਦਾ ਵੀ ਇਹਦੇ ਨਾਲ ਕਰੋਨਾ ਮੁੱਕਦਾ, ਸਾਡੇ ਪੁਰਖਿਆਂ ਨੇ ਵੀ ਇਹਦੇ ਨਾਲ ਕਰੋਨਾ ਮੁਕਾਇਆ। ਸੋ ਉਸ ਤੋਂ ਬਾਅਦ ਉਹਦੇ ਉੱਤੇ ਪਰਚਾ ਦਰਜ ਕੀਤਾ ਗਿਆ ਤੇ ਪਤਾ ਲੱਗਾ ਜੀ ਕਿ ਉਹ ਕੋਈ ਇੰਸਪੈਕਟਰ ਨਹੀਂ ਹੈ। ਉਹਨੇ ਤਾਂ ਇੰਸਪੈਕਟਰ ਵਾਲੀ ਵਰਦੀ ਪਾ ਕੇ ਤੇ ਇਹ ਸਾਰਾ ਕੁਝ ਭਰਮ ਦੇ ਰੂਪ ਦੇ ਵਿੱਚ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਹ ਬੰਦਾ ਮੰਨ ਰਿਹਾ ਕਿ ਜੀ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਪੁਲਿਸ ਦਾ ਅਕਸ ਨਹੀਂ ਸੀ ਖਰਾਬ ਕਰਨਾ ਚਾਹੁੰਦਾ, ਪਰ ਆਪਾਂ ਇੱਦਾਂ ਦੀਆਂ ਹਰਕਤਾਂ ਤੋਂ ਬਚ ਗਏ। ਆਪਾਂ ਸਹੀ ਤਰੀਕੇ ਦੇ ਨਾਲ ਜ਼ਿੰਮੇਵਾਰ ਨਾਗਰਿਕ, ਜ਼ਿੰਮੇਵਾਰ ਪੰਜਾਬੀ ਦੇ ਤੌਰ ਦੇ ਉੱਤੇ ਵਿਚਰ ਗਏ। ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਕੁ ਰਿਆਇਤਾਂ ਦਿੱਤੀਆਂ ਤੇ ਕੁਝ ਕੁ ਹਦਾਇਤਾਂ ਦਿੱਤੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ 2 ਦਿਨ ਦਾ ਲੋਕਡਾਊਨ ਹੁੰਦਾ ਸ਼ਨੀ ਤੇ ਐਤਵਾਰ ਵਾਲਾ, ਇਹਦੇ ਵਿੱਚੋਂ ਸ਼ਨੀਵਾਰ ਦੇ ਉੱਤੇ ਅਸੀਂ ਕਾਂਟਾ ਫੇਰ ਦਿੱਤਾ, ਰਹਿ ਗਿਆ ਇਕੱਲਾ ਐਤਵਾਰ। ਕੁਝ ਕੁ ਰਿਆਇਤਾਂ ਹੋਰ ਵੀ ਦਿੱਤੀਆਂ ਗਈਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਕੁਝ ਰਾਹਤ ਦਿੰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਨੇ। ਇਹਨਾਂ ਨਵੇਂ ਹੁਕਮਾਂ ਦੌਰਾਨ ਸੂਬੇ ਦੇ ਵਿੱਚ ਹੁਣ ਹਫ਼ਤੇ ਦੇ ਵਿੱਚ 2 ਦਿਨ ਹੋਣ ਵਾਲੀ ਤਾਲਾਬੰਦੀ ਸਿਰਫ ਐਤਵਾਰ ਨੂੰ ਹੀ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਈ ਕਾਂਗਰਸੀ ਵਿਧਾਇਕਾਂ ਦੇ ਸੁਝਾਵਾਂ ਤੇ ਡਾਕਟਰੀ ਮਾਹਰਾਂ ਦੀ ਸਲਾਹ ਤੇ ਧਿਆਨ ਦਿੰਦਿਆਂ ਸੋਮਵਾਰ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਤਾਲਾਬੰਦੀ 'ਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਸ਼ਨੀਵਾਰ ਨੂੰ ਗੈਰ ਜ਼ਰੂਰੀ ਦੁਕਾਨਾਂ ਖੋਲ੍ਹੀਆਂ ਜਾ ਸਕਣਗੀਆਂ ਤੇ ਸੋਮਵਾਰ ਤੋਂ ਉਹਨਾਂ ਦੇ ਸਮੇਂ ਦੇ ਵਿੱਚ ਢਿੱਲ ਸ਼ਾਮਿਲ ਹੈ। ਸੋਧੇ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੋਟਲ ਤੇ ਰੈਸਟੋਰੈਂਟਾਂ ਨੂੰ ਐਤਵਾਰ ਸਮੇਤ ਰਾਤ 9 ਵਜੇ ਤੱਕ ਸਾਰੇ ਦਿਨ ਖੋਲ੍ਹੀ ਰੱਖਣ ਦੀ ਇਜਾਜ਼ਤ ਹੈ। ਇਸ ਦੌਰਾਨ ਉਹ ਭੋਜਨ ਦੀ ਘਰੇਲੂ ਸਪਲਾਈ ਕਰ ਸਕਣਗੇ। ਮੁੱਖ ਮੰਤਰੀ ਦੇ ਵੱਲੋਂ ਮੋਹਾਲੀ ਦੇ ਵਿੱਚ ਗੈਰ ਜ਼ਰੂਰੀ ਲੋੜੀਂਦੀਆਂ ਦੁਕਾਨਾਂ ਖੋਲ੍ਹਣ ਦਾ ਵੀ ਫੈਸਲਾ ਕੀਤਾ ਗਿਆ, ਜਿਸ ਵਿੱਚ ਬਾਕੀ ਸ਼ਹਿਰ ਜਿਵੇਂ ਚੰਡੀਗੜ੍ਹ ਤੇ ਪੰਚਕੂਲਾ ਸ਼ਾਮਿਲ ਨੇ।
ਇਹਨਾਂ ਫੈਸਲਿਆਂ ਦਾ ਐਲਾਨ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਦੇ ਵਿਧਾਇਕਾਂ ਨਾਲ ਆਪਣੀ ਵਰਚੁਅਲ ਮੀਟਿੰਗ ਦੇ ਦੂਜੇ ਦੌਰ ਦੌਰਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਦੇ ਵਿੱਚ ਕਿਹਾ ਕਿ ਕੋਵਿਡ ਦੇ ਰਾਜ ਸਰਕਾਰ ਦੇ ਮਾਹਰ ਸਮੂਹ ਦੇ ਮੁਖੀ ਡਾਕਟਰ ਕੇ ਤਲਵਾੜ ਨੇ ਸਾਵਧਾਨੀ ਨਾਲ ਕਰਫਿਊ ਵਿੱਚ ਢਿੱਲ ਦੇਣ ਦੀ ਸਲਾਹ ਦਿੱਤੀ ਸੀ। ਦੁਕਾਨਦਾਰਾਂ ਨੇ ਵਧੇ ਹੋਏ ਬਿੱਲਾਂ ਦੀਆਂ ਸ਼ਿਕਾਇਤਾਂ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਦੁਕਾਨਾਂ ਲੰਮੇ ਸਮੇਂ ਤੱਕ ਬੰਦ ਰਹੀਆਂ। ਇਸ ਦੇ ਉੱਤੇ ਮੁੱਖ ਮੰਤਰੀ ਨੇ ਬਿਜਲੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਪਿਛਲੇ ਸਾਲ ਦੀ ਔਸਤਨ ਬਿੱਲ ਨਾ ਵਸੂਲਣ ਬਲਕਿ ਅਸਲੀ ਬਿੱਲ ਵਸੂਲਣ। ਕੋਰੋਨਾ ਮਹਾਮਾਰੀ ਬਾਰੇ ਗੁੰਮਰਾਹਕੁਨ ਜਾਣਕਾਰੀ ਦੇਣ ਵਾਲਿਆਂ ਦੇ ਖਿਲਾਫ ਸ਼ਿਕੰਜਾ ਕੱਸਦੇ ਹੋਏ ਮੁੱਖ ਮੰਤਰੀ ਨੇ ਡੀਜੀਪੀ ਨੂੰ ਹੁਕਮ ਦਿੱਤੇ ਨੇ ਕਿ ਮਹਾਮਾਰੀ ਦੌਰਾਨ ਲੋਕਾਂ ਦੇ ਵਿੱਚ ਅਫਵਾਹਾਂ ਫੈਲਾਉਣ ਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈਬ ਚੈਨਲਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ ਦੇ ਵਿੱਚ ਸਰਗਰਮ ਭਾਰਤ ਵਿਰੋਧੀ ਤੱਤਾਂ ਵੱਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ ਤੇ ਅਜਿਹੇ ਲੋਕਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਜਾਣ, ਭਾਵੇਂ ਉਹ ਕਿਸੇ ਵੀ ਕੋਨੇ ਵਿੱਚ ਬੈਠ ਕੇ ਸੋਸ਼ਲ ਮੀਡੀਆ ਤੇ ਵੈਬ ਚੈਨਲਾਂ ਦੇ ਉੱਤੇ ਗੁੰਮਰਾਹਕੁਨ ਪ੍ਰਚਾਰ ਤੇ ਅਫਵਾਹਾਂ ਫੈਲਾ ਰਹੇ ਹੋਣ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਲਗਾਤਾਰ ਅੱਗੇ ਤੋਂ ਅੱਗੇ ਵਧ ਰਹੀ ਹੈ। ਬਹੁਤ ਕੁਝ ਸੋਚਣਾ ਵਿਚਾਰਨਾ ਬਣਦਾ। ਅਸੀਂ ਮੁੱਢ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਅਫਵਾਹਾਂ ਬਿਲਕੁਲ ਨਹੀਂ ਫੈਲਾਉਣੀਆਂ ਚਾਹੀਦੀਆਂ, ਤਰਕ ਦੇ ਨਾਲ ਤੱਥਾਂ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਪਰ ਲੋਕ ਫਿਰ ਵੀ ਕਿਤੇ ਤੱਥਾਂ ਤੋਂ ਕਈ ਬਾਤ ਨਹੀਂ ਆਉਂਦੇ। ਮੰਨ ਲਓ ਮੇਰੇ ਕੋਲੇ ਕੋਈ ਵੀਡੀਓ ਆ ਗਈ, ਪਹਿਲੀ ਗੱਲ ਤਾਂ ਮੇਰੇ ਕੋਲੇ ਭੇਜਣ ਵਾਲੇ ਬੰਦੇ ਨੂੰ ਚਾਹੀਦਾ ਕਿ ਜੇਕਰ ਉਹਦੇ ਕੋਲੇ ਕੋਈ ਤੱਥ ਹੈ ਨਹੀਂ ਤਾਂ ਮੈਨੂੰ ਕੋ ਭੇਜੀ, ਤੇ ਜੇਕਰ ਮੇਰੇ ਕੋਲੇ ਆ ਗਈ ਹੈ ਤਾਂ ਮੈਂ ਅੱਗੇ ਨਾ ਭੇਜਾਂ ਜੇਕਰ ਮੈਨੂੰ ਸਮਝ ਹੋਵੇ ਕਿ ਜੀ ਆਹ ਤਾਂ ਗੱਲ ਗਲਤ ਹੈ, ਇਹ ਤਾਂ ਗੱਲ ਇੱਦਾਂ ਹੋ ਨਹੀਂ ਸਕਦੀ। ਜੇਕਰ ਕੋਈ ਆਡੀਓ ਕਲਿੱਪ ਆ, ਮੈਨੂੰ ਇਹ ਨਹੀਂ ਪਤਾ ਕੌਣ ਆ ਬੰਦਾ, ਕਿੱਥੋਂ ਦਾ ਬੰਦਾ, ਕੀ ਇਹ ਸਹੀ ਗੱਲ ਹੈ, ਕੀ ਇਹ ਗਲਤ ਗੱਲ ਹੈ, ਨਾ ਕੋਈ ਤਸਵੀਰ ਆਉਂਦੀ ਆ, ਨਾ ਕਿਸੇ ਬਾਰੇ ਕੋਈ ਪਛਾਣ ਆ, ਇੱਦਾਂ ਦੀਆਂ ਗੱਲਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਕਿਉਂਕਿ ਮਹਾਮਾਰੀ ਸਾਡੇ ਆਪਣੇ ਪੰਜਾਬ ਦੇ ਵਿੱਚ ਆ, ਸਾਡੇ ਆਪਣੇ ਭਾਰਤ ਦੇ ਵਿੱਚ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸਾਹਮਣੇ ਆਈ ਹੈ, ਉਹਦੇ ਉੱਤੇ ਵੀ ਸ਼ੱਕੀ ਸਵਾਲ ਸਮੇਂ-ਸਮੇਂ ਦੇ ਉੱਤੇ ਬਹੁਤ ਸਾਰੇ ਪੈਦਾ ਹੋਏ ਆ। ਮੈਂ 2-3 ਜ਼ਰੂਰ ਉਦਾਹਰਨਾਂ ਦੇਣੀਆਂ ਚਾਹੁੰਦਾ। ਸ਼ੁਤਰਾਣਾ ਖੇਤਰ ਤੋਂ ਨਿਰਮਲ ਸਿੰਘ ਵਿਧਾਇਕ ਨੇ ਕਾਂਗਰਸ ਦੇ, ਉਹਨਾਂ ਨੂੰ ਕਰੋਨਾ ਹੋ ਗਿਆ, ਉਹ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਦਾਖਲ ਕਰਵਾਏ ਗਏ। ਉਹਨਾਂ ਨੇ ਇੱਕ ਵੀਡੀਓ ਬਣਾਈ ਕਿ ਹਸਪਤਾਲ ਦੇ ਵਿੱਚ ਸਹੂਲਤਾਂ ਬਹੁਤ ਵਧੀਆ, ਹਸਪਤਾਲ ਬਹੁਤ ਕਾਬਲ ਆ, ਹਸਪਤਾਲ ਦੇ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਨਹੀਂ ਹੈ। ਪਰ ਕੁਝ ਕੁ ਘੰਟਿਆਂ ਬਾਅਦ ਉਹ ਇੱਕ ਨਿੱਜੀ ਹਸਪਤਾਲ 'ਚ ਦਾਖਲ ਹੋ ਗਏ। ਸਵਾਲ ਇਹ ਪੈਦਾ ਹੋ ਗਿਆ ਵੀ ਜੇਕਰ ਇੰਨਾ ਚੰਗਾ ਸਰਕਾਰੀ ਹਸਪਤਾਲ ਹੈ, ਕਿਉਂਕਿ ਰਜਿੰਦਰਾ ਹਸਪਤਾਲ ਤੋਂ ਬਹੁਤੀਆਂ ਚੰਗੀਆਂ ਖਬਰਾਂ ਐਤਕੀ ਆਈਆਂ ਨਹੀਂ, ਸਵਾਲ ਇਹ ਪੈਦਾ ਹੋਇਆ ਵੀ ਜੇਕਰ ਨਿਰਮਲ ਸਿੰਘ ਹੋਰਾਂ ਨੂੰ ਇੰਨਾ ਚੰਗਾ ਲੱਗਾ ਹਸਪਤਾਲ, ਫਿਰ ਉਹ ਨਿੱਜੀ ਹਸਪਤਾਲ 'ਚ ਕਿਉਂ ਚਲੇ ਗਏ? ਪਰ ਬਾਅਦ ਦੇ ਵਿੱਚ ਉਹਨਾਂ ਦੇ ਪੁੱਤਰ ਨੇ ਕਿਹਾ ਜੀ ਕਿ ਉਹਨਾਂ ਦੀ ਸਿਹਤ ਦੀਆਂ ਕੁਝ ਕੁ ਹੋਰ ਸਮੱਸਿਆਵਾਂ ਵੀ ਹੈਗੀਆਂ, ਇਸ ਕਰਕੇ ਜਿੱਥੋਂ ਇਲਾਜ ਚੱਲਦਾ ਉਸੇ ਹਸਪਤਾਲ ਦੇ ਵਿੱਚ ਹੀ ਉਹਨਾਂ ਨੂੰ ਭਰਤੀ ਕਰਵਾਇਆ ਗਿਆ। ਹੁਣ ਉਸ ਤੋਂ ਅਗਲੀ ਗੱਲ ਕਰ ਲਓ। ਫਰੀਦਕੋਟ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਹੈ, ਉਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੈਗੇ ਡਾਕਟਰ ਰਾਜ ਬਹਾਦਰ। ਉਹਨਾਂ ਨੂੰ ਕਰੋਨਾ ਹੋਇਆ, ਉਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚੋਂ ਫਰੀਦਕੋਟ 'ਚੋਂ ਇਲਾਜ ਨਹੀਂ ਕਰਵਾਇਆ, ਉਹਨਾਂ ਨੇ ਸਿੱਧਾ PGI ਦੇ ਵਿੱਚੋਂ ਇਲਾਜ ਕਰਵਾਇਆ। ਹੁਣ ਅਸੀਂ ਲੋਕਾਂ ਨੂੰ ਤਾਂ ਇਹ ਗੱਲ ਕਹਿੰਦੇ ਹਾਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਓ, ਆਪ ਜਦੋਂ ਕੋਈ ਸਮੱਸਿਆ ਪੈਦਾ ਹੁੰਦੀ ਆ ਅਸੀਂ ਵੱਡੇ ਵੱਡੇ ਹਸਪਤਾਲਾਂ ਵੱਲ ਤੁਰ ਪੈਂਦੇ ਆ। ਮਤਲਬ ਇਹ ਹੈ ਕਿ ਮਾਤੜ ਲੋਕਾਂ ਦੇ ਲਈ ਸਰਕਾਰੀ ਹਸਪਤਾਲ ਹੈ, ਜੇਕਰ ਇੱਥੇ ਪੂਰੀਆਂ ਫੁੱਲ ਬਟਾ ਫੁੱਲ ਸਹੂਲਤਾਂ ਤਾਂ ਫਿਰ ਅਸੀਂ ਆਪ ਕਿਉਂ ਨਹੀਂ ਦਾਖਲ ਹੁੰਦੇ? ਸੋ ਇਹ ਬਹੁਤ ਸਾਰੇ ਸਵਾਲ ਆ ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਚਰਚੇ ਛੇੜੇ ਆ, ਜਿਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਤੌਖਲੇ ਪੈਦਾ ਕੀਤੇ ਆ। ਇਹ ਸਾਰਾ ਕੁਝ ਹਾਲੇ ਵੀ ਮੁੱਕ ਸਕਦਾ, ਮਿਟ ਸਕਦਾ ਲੋਕਾਂ ਦੇ ਮਨਾਂ ਵਿੱਚੋਂ, ਜੇਕਰ ਸਿਹਤ ਵਿਭਾਗ ਦੀਆਂ ਟੀਮਾਂ ਇਸ ਮਾਮਲੇ ਦੇ ਉੱਤੇ ਸਹੀ ਆਪਣੀ ਕਾਰਗੁਜ਼ਾਰੀ ਦਿਖਾਉਣ। ਤੇ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਰਾਜਨੀਤੀ ਨਾ ਚੱਲੇ ਇਸ ਮਾਮਲੇ ਤੇ। ਪੰਜਾਬ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੋ ਰਿਹਾ ਜਿਹੜਾ ਚੰਗੇ ਤੋਂ ਉਲਟ ਹੈ। ਕਦੇ ਆਕਸੀਮੀਟਰਾਂ ਦੀ ਲੜਾਈ ਹੈ, ਕਦੇ ਸਿਹਰਾ ਲੈਣ ਦੀ ਗੱਲ ਹੈ, ਕਦੇ ਦਿੱਲੀ ਦੇ ਨਾਲ ਸਾਡੀ ਜੰਗ ਚੱਲ ਪੈਂਦੀ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਕੀਤਾ ਜਾ ਰਿਹਾ ਸਰਕਾਰ ਦੇ ਵੱਲੋਂ। ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਸਾਡੇ ਮੌਤ ਦਰ ਘੱਟ ਹੈ, ਤੁਸੀਂ ਆਪਣੇ ਵੱਲ ਦੇਖੋ, ਤੁਹਾਡੇ ਕੇਸਾਂ ਦੀ ਗਿਣਤੀ ਕਿੰਨੀ ਵੱਡੀ ਹੈ। ਸੋ ਅਸੀਂ ਗਿਣਤੀ ਵਧਾਉਣ ਤੇ ਘਟਾਉਣ ਦੇ ਵਿੱਚ ਯਕੀਨ ਨਾ ਕਰੀਏ। ਅਸੀਂ ਇਹ ਨਾ ਕਹੀਏ ਵੀ ਤੇਰੇ ਕੋਲੇ ਤਾਂ ਇੱਦਾਂ ਤੇ ਸਾਡੇ ਸੂਬੇ 'ਚ ਇੱਦਾਂ। ਅਸੀਂ ਇਹ ਗੱਲ ਕਹੀਏ ਵੀ ਭਾਈ ਤੁਹਾਡੇ ਵੀ ਸਾਰਾ ਕੁਝ ਠੀਕ ਹੋਵੇ ਤੇ ਅਸੀਂ ਠੀਕ ਕਰ ਲਿਆ। ਅਸੀਂ ਇਸ ਗੱਲ ਦੇ ਵਿੱਚ ਅਗੇਤ ਹਾਸਲ ਕਰੀਏ ਵੀ ਅਸੀਂ ਤਾਂ ਮਸਲਾ ਹੱਲ ਕਰ ਲਿਆ, ਤੁਸੀਂ ਸਾਡੇ ਨਾਲੋਂ ਫਾਡੀ ਰਹਿ ਗਏ, ਨਾ ਕਿ ਇਹ ਗੱਲ ਕਹੀਏ ਤੁਹਾਡੇ ਕੋਲੇ ਲੱਖ ਮਰੀਜ਼ ਆ ਸਾਡੇ ਕੋਲੇ 35,000 ਆ। ਸੋ ਇਹ ਕੋਈ ਪ੍ਰਾਪਤੀ ਨਹੀਂ ਹੈ। ਸੋ ਸੋਚਣਾ ਵਿਚਾਰਨਾ ਇਹ ਬਣਦਾ ਕਿ ਪੰਜਾਬ ਦੇ ਵਿੱਚੋਂ ਕਰੋਨਾ ਕਦੋਂ ਖਤਮ ਹੋਊਗਾ ਤੇ ਜਿਹੜੀਆਂ ਪ੍ਰਸਥਿਤੀਆਂ ਇਸ ਵਕਤ ਚੱਲ ਰਹੀਆਂ ਕੀ ਇੱਦਾਂ ਚੱਲਦਿਆਂ ਕਦੇ ਕਰੋਨਾ ਖਤਮ ਹੋ ਸਕਦਾ? ਸੋ ਗੱਲ ਮੁੜ ਘੜ ਕੇ ਉੱਥੇ ਆਉਂਦੀ ਹੈ। ਪਿਛਲੇ ਦਿਨੀ ਇੱਕ ਵਿਅਕਤੀ ਹੈ ਜਿਹੜਾ ਉਹਦੇ ਵੱਲੋਂ ਕਿਹਾ ਗਿਆ ਜੀ ਕਿ ਮੈਂ ਅੰਗ ਖੁਦ ਕੱਢਦੇ ਦੇਖੇ ਹਨ, ਅੱਜ ਕੱਲ੍ਹ ਇੱਦਾਂ ਅੰਗ ਕੱਢੇ ਜਾ ਰਹੇ ਨੇ। ਉਹਦੇ ਉੱਤੇ ਵੀ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ, ਕੁਝ ਕੁ ਹੋਰ ਲੋਕਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਸੋ ਅਫਵਾਹਾਂ ਨਾ ਫੈਲਾਓ, ਬਾਅਦ ਦੇ ਵਿੱਚ ਅਸੀਂ
ਆਪਣੀਆਂ ਸਮੱਸਿਆਵਾਂ ਦੇ ਵਿੱਚ ਵਾਧਾ ਕਰ ਲਾਂਗੇ। ਇਹਨਾਂ ਸਮੱਸਿਆਵਾਂ ਦੇ ਵਿੱਚ ਜਦੋਂ ਅਸੀਂ ਪੈ ਜਾਂਦੇ ਆ, ਫਿਰ ਜਿਹੜੇ ਵੀ ਸਾਨੂੰ ਲਾਈਕ ਤੇ ਵਿਊ ਮਿਲਦੇ ਆ ਉਹਨਾਂ ਦੇ ਵਿੱਚ ਕੋਈ ਯਕੀਨ ਨਹੀਂ ਹੁੰਦਾ। ਬਾਅਦ ਦੇ ਵਿੱਚ ਕਿਸੇ ਨੇ ਕਿਸੇ ਦੇ ਨਾਲ ਨਹੀਂ ਖੜਨਾ। ਸੋ ਇਸ ਕਰਕੇ ਗੱਲ ਉਨੀ ਕਰਗੇ ਜਿੰਨੀ ਕਿ ਤਰਕ ਵਾਲੀ ਹੈ। ਸਮੱਸਿਆ ਬਹੁਤ ਵੱਡੀ ਹੈ। ਸਮੱਸਿਆ ਇਸ ਕਰਕੇ ਵੱਡੀ ਮੈਂ ਕਹਿ ਰਿਹਾ ਵਾਰ-ਵਾਰ, ਕਿਉਂਕਿ ਜਦੋਂ ਸਾਡਾ ਰੁਜ਼ਗਾਰ ਛੁੱਟ ਜਾਂਦਾ ਨਾ, ਜਦੋਂ 14 ਦਿਨ ਦੇ ਲਈ ਕਮਰੇ ਦੇ ਵਿੱਚ ਬੰਦ ਰਹਿਣ ਦੇ ਲਈ ਕਹਿ ਦਿੰਦੇ ਆ, ਉਦੋਂ ਫਿਰ ਬੰਦੇ ਨੂੰ ਭੱਬੂ ਤਾਰੇ ਦਿਸਦੇ ਆ। ਭਾਵੇਂ ਇਹ ਕਰੋਨਾ ਛੋਟੀ ਗੱਲ ਮੰਨੋ ਤੇ ਭਾਵੇਂ ਮੰਨੋ ਵੱਡੀ ਗੱਲ, ਪਰ ਸਮੱਸਿਆ ਜਿਹਦੇ ਉੱਤੇ ਪੈਂਦੀ ਹੈ ਤੇ ਅਸਲ ਉਹਨੂੰ ਪਤਾ ਲੱਗਦਾ ਹੈ ਕਿ ਹੁਣ ਕੀ ਭਾਅ ਵਿਕਦੀ ਹੈ। ਸੋ ਪੰਜਾਬ ਦੇ ਵਿੱਚੋਂ ਕਰੋਨਾ ਮੁੱਕੇ ਤੇ ਅਸੀਂ ਅਫਵਾਹਾਂ ਨਾ ਫੈਲਾਈਏ, ਸਿਹਤ ਮਹਿਕਮਾ ਜਾਗਰੂਕ ਹੋਵੇ ਤੇ ਸਹੀ ਅਰਥਾਂ ਦੇ ਵਿੱਚ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ। ਸਮੇਂ ਦੀ ਬੜੀ ਵੱਡੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਇੱਕ ਵਾਰ ਫਿਰ ਸ਼ੱਕੀ ਜਿਹੀ ਹੋਈ ਜਾਪਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਸੀਨੀਅਰ ਐਡਵੋਕੇਟ ਈਸ਼ਰ ਸਿੰਘ ਦੇ ਆਧਾਰ ਦੇ ਉੱਤੇ ਇੱਕ ਕਮੇਟੀ ਬਣਾਈ ਗਈ, ਜਿਹਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਪੜਤਾਲ ਕੀਤੀ ਹੈ। 1000 ਸਫ਼ੇ ਦੀ ਰਿਪੋਰਟ ਆ ਜਿਹੜੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 5 ਜਣਿਆਂ ਨੂੰ ਬਰਖਾਸਤ ਕੀਤਾ, 5 ਨੂੰ ਮੁਅੱਤਲ ਕੀਤਾ, ਕਈਆਂ ਦੇ ਉੱਤੇ ਫੌਜਦਾਰੀ ਕੇਸ ਦਰਜ ਕਰਾਉਣ ਦੀ ਗੱਲ ਕਹੀ ਹੈ। ਉਦੋਂ ਲੌਂਗੋਵਾਲ ਸਾਹਿਬ ਇਹ ਗੱਲ ਕਹਿੰਦੇ ਸੀ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਵੀ ਇਹ ਗੱਲ ਕਹੀ ਸੀ ਕਿ ਅਸੀਂ ਪਰਚੇ ਇਸ ਕਰਕੇ ਦਰਜ ਕਰਵਾਉਣੇ ਆ ਕਿਉਂਕਿ ਇਹ ਲੋਕ ਦੱਸ ਨਹੀਂ ਰਹੇ ਤੇ ਆਉਂਦੇ ਸਮੇਂ ਦੇ ਵਿੱਚ ਆਪੇ ਪੁਲਿਸ ਕਾਰਵਾਈ ਦੇ ਵਿੱਚ ਬਿਆਨ ਕਰਨਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਏ ਕਿੱਥੇ ਆ, ਕਿੱਥੇ ਖੁਰਦ-ਬੁਰਦ ਕੀਤੇ ਆ, ਕਿੱਥੇ ਗਾਇਬ ਕੀਤੇ ਆ, ਇਹਨਾਂ ਨੇ ਜੇਬ ਦੇ ਵਿੱਚ ਮਾਇਆ ਪਾ ਲਈ ਆ ਜਾਂ ਕੀ ਕਾਰਨ ਕੀ ਆ, ਇਹਨਾਂ ਨੇ ਵੇਚੇ ਕਿੱਥੇ ਆ। ਉਦੋਂ ਇਹ ਗੱਲ ਕਹੀ ਸੀ ਲੋਕਾਂ ਨੇ ਵੀ ਤੇ ਵੱਖ-ਵੱਖ ਜਥੇਬੰਦੀਆਂ ਨੇ ਵੀ ਤੁਸੀਂ ਕਿਹਾ ਵੀ ਕਾਰਵਾਈ ਕਰਤੀ, ਅਸੀਂ ਅੰਤਰਿੰਗ ਕਮੇਟੀ ਨੇ ਬੜੀ ਸਖਤ ਕਾਰਵਾਈ ਕੀਤੀ ਹੈ, ਪਰ ਸਰੂਪਾਂ ਦਾ ਮਾਮਲਾ ਤਾਂ ਉੱਥੇ ਦਾ ਉੱਥੇ ਆ, ਨਾ ਤਾਂ ਇਹ ਮਿਲੇ ਆ ਤੇ ਨਾ ਕਿੱਥੇ ਹੈਗੇ ਇਸ ਮੁਤਲਕ ਪਤਾ ਲੱਗਦਾ। ਸੋ ਹੁਣ ਇਸ ਮਾਮਲੇ ਦੇ ਉੱਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰੀ ਪਲਟੀ ਮਾਰ ਗਏ ਆ। ਉਹਨਾਂ ਨੇ ਹੁਣ ਇਹ ਗੱਲ ਕਹਿਣੀ ਸ਼ੁਰੂ ਕਰਤੀ ਹੈ ਕਿ ਜੀ ਸਾਨੂੰ ਕਿਤੇ ਪਰਚਾ ਦਰਜ ਕਰਵਾਉਣ ਦੀ ਲੋੜ ਨਹੀਂ, ਇਸ ਮਾਮਲੇ ਦੇ ਉੱਤੇ ਕੋਈ ਕਾਨੂੰਨੀ ਕਾਰਵਾਈ ਦੀ ਲੋੜ ਨਹੀਂ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈਗੀ ਹੈ ਸ਼੍ਰੋਮਣੀ ਕਮੇਟੀ ਤੇ ਅਸੀਂ ਜੀ ਇਸ ਮਾਮਲੇ ਦੇ ਉੱਤੇ ਆਪੇ ਹੀ ਕਾਰਵਾਈ ਕਰ ਲੈਣੀ ਆ। ਹੁਣ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਮਨ ਦੇ ਵਿੱਚ ਸਵਾਲ ਉੱਠ ਰਿਹਾ, ਮੇਰੇ ਵੀ ਉੱਠ ਰਿਹਾ, ਸ਼ਾਇਦ ਤੁਹਾਡੇ ਵੀ ਉੱਠ ਰਿਹਾ ਹੋਵੇ ਕਿ ਜੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਕਾਰਵਾਈ ਕਰਨ ਤੋਂ ਪੈਰ ਪਿੱਛੇ ਖਿੱਚ ਲਏ ਗਏ ਆ, ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਪੁਲਿਸ ਦੇ ਕੋਲੇ ਜਾਣਾ ਠੀਕ ਨਹੀਂ ਸਮਝਿਆ ਗਿਆ। ਪਹਿਲਾਂ ਤਾਂ 4 ਮੈਂਬਰੀ ਇੱਕ ਐਡਵੋਕੇਟਾਂ ਦੀ ਟੀਮ ਬਣਾਈ ਗਈ। ਉਸ ਟੀਮ ਦੀ ਜ਼ਿੰਮੇਵਾਰੀ ਇਹ ਸੀ ਕਿ ਤੁਸੀਂ ਸੰਬੰਧਿਤ ਬੰਦਿਆਂ ਦੇ ਖਿਲਾਫ ਦਸਤਾਵੇਜ਼ ਤਿਆਰ ਕਰੋ ਤੇ ਆਪਾਂ ਇਹਨਾਂ ਦੇ ਉੱਤੇ ਫੌਜਦਾਰੀ ਕੇਸ ਕਰਾਉਣੇ ਆ। ਪਰ ਇੱਕਦਮ ਕਮੇਟੀ ਵੀ ਬਣਾਈ ਆ, ਟੀਮ ਵੀ ਬਣਾਈ ਆ, ਫਿਰ ਵੀ ਅਸੀਂ ਪਲਟੀ ਮਾਰ ਗਏ ਆ। ਮਾਜਰਾ ਵਿੱਚੋਂ ਕੀ ਆ, ਇਹ ਬੜਾ ਸ਼ੱਕੀ ਮਾਮਲਾ ਹੈਗਾ। ਹੁਣ ਕੁਝ ਲੋਕਾਂ ਦਾ ਇਹ ਕਹਿਣਾ ਕਿਉਂਕਿ ਜਦੋਂ ਅਸੀਂ ਆਪ ਪਲਟੀ ਮਾਰ ਗਏ ਆ ਤਾਂ ਲੋਕਾਂ ਦੇ ਮਨਾਂ ਵਿੱਚ ਸਵਾਲ ਪੈਦਾ ਹੋਣੇ ਕੁਦਰਤੀ ਆ। ਕਈ ਲੋਕਾਂ ਦਾ ਇਹ ਕਹਿਣਾ ਵੀ ਕਿਤੇ ਤਪੇ ਹੋਏ ਉਹ ਲੋਕ ਜਿਨ੍ਹਾਂ ਦੇ ਉੱਤੇ ਫੌਜਦਾਰੀ ਕੇਸ ਦਰਜ ਕਰਵਾਉਣੇ ਆ ਉਹ ਵੱਡੇ ਖੁਲਾਸੇ ਨਾ ਕਰ ਦੇਣ, ਕਈ ਲੋਕਾਂ ਨੂੰ ਮਾਂਜ ਦੇਣਗੇ, ਇਸ ਕਰਕੇ ਇਹਨਾਂ ਨੇ ਪਲਟੀ ਮਾਰ ਲਈ ਆ। ਕਈਆਂ ਦਾ ਇਹ ਕਹਿਣਾ ਜੀ ਕਿ ਜਿਹੜੀ 10 ਸਫ਼ਿਆਂ ਦੀ ਜਿਹੜੀ ਇੱਕ ਰਿਪੋਰਟ ਪਾਈ ਹੈਗੀ ਹੈ ਸ਼੍ਰੋਮਣੀ ਕਮੇਟੀ ਨੇ ਆਪਣੀ ਵੈਬਸਾਈਟ ਦੇ ਉੱਤੇ, ਉਹਦੇ ਵਿੱਚ ਤਾਂ ਕਹਿ ਦਿੱਤਾ ਬਾਜ ਸਿੰਘ ਨੇ ਆਹ ਕੀਤਾ, ਫਲਾਣੇ ਨੇ ਆਹ ਕੀਤਾ, ਫਲਾਣੇ ਨੇ ਉਹ ਕੀਤਾ, ਪਰ ਵਿਚਲੀ ਗੱਲ ਇਹ ਹੈ ਕਿ 1000 ਸਫ਼ੇ ਦੀ ਰਿਪੋਰਟ ਹੋਵੇ ਤੇ 10 ਸਫ਼ੇ ਅਸੀਂ ਨਸ਼ਰ ਕਰ ਦੇਗੇ, ਬਾਕੀ ਰਿਪੋਰਟ ਕਦੋਂ ਨਸ਼ਰ ਕਰਨੀ ਆ। ਇਸ ਮਾਮਲੇ ਦੇ ਉੱਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਭਾਈ ਸਿਆਸਤ ਬਿਲਕੁਲ ਨਾ ਕਰੋ, ਪਰ ਮੋਰਚਾ ਕਈ ਪਾਸੇ ਖੋਲ੍ਹਿਆ ਗਿਆ। ਡਾਕਟਰ ਰੂਪ ਸਿੰਘ ਹੋਰੀ ਕਹਿੰਦੇ ਆ ਕਿ ਜੀ ਮੇਰਾ ਨਾਂ ਕਿਉਂ ਬਦਨਾਮ ਕੀਤਾ ਗਿਆ, ਮੇਰਾ ਕਸੂਰ ਕੀ ਸੀ। ਦੂਜੇ ਪਾਸੇ ਜਿਸ ਤਰੀਕੇ ਨਾਲ ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਦੀ ਮੌਤ ਹੋਈ ਹੈ, ਇਸ ਮਾਮਲੇ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਸਿਟੀ ਵਿਭਾਗ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਸੰਗਤ ਨੂੰ ਦੇ ਕੇ ਇਸ ਦੀ ਭੇਟਾ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣ ਦੀ ਬਜਾਏ ਆਪਣੀਆਂ ਜੇਬਾਂ ਦੇ ਵਿੱਚ ਪਾਈ, ਜਿਸ ਕਰਕੇ ਰਿਕਾਰਡ ਦੇ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਦੇ ਵਿੱਚ ਸੰਬੰਧਿਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਵਿੱਚ ਰਾਜਨੀਤੀ ਬਿਲਕੁਲ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਕਿ ਪਾਵਨ ਸਰੂਪ ਗਾਇਬ ਹੋਣ ਦੇ ਉੱਤੇ ਸੰਗਤਾਂ ਦੇ ਮਨਾਂ ਦੇ ਉੱਤੇ ਬੜੀ ਦੁੱਖ ਤੇ ਪੀੜਾ, ਜਿਸ ਕਰਕੇ ਇਸ ਮਾਮਲੇ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਂਚ ਕਰਵਾਈ ਗਈ ਤੇ ਇਸ ਸੰਬੰਧੀ ਜੋ ਰਿਪੋਰਟ ਆਈ ਹੈ ਉਸ ਨੂੰ ਜਨਤਕ ਤੌਰ ਦੇ ਉੱਤੇ ਸੰਗਤ ਮੂਹਰੇ ਪੇਸ਼ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਹਿਤ ਡਾਕਟਰ ਈਸ਼ਰ ਸਿੰਘ ਦੇ ਵੱਲੋਂ ਕੀਤੀ ਗਈ ਨਿਰਪੱਖ ਜਾਂਚ ਦੌਰਾਨ 16 ਵਿਅਕਤੀਆਂ ਉੱਪਰ ਦੋਸ਼ ਸਿੱਧ ਹੋਣ ਦੀ ਸੂਚੀ ਤਿਆਰ ਕੀਤੀ ਗਈ। ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਦਾ ਨਾਮ ਵੀ ਸ਼ਾਮਲ ਹੈ ਤੇ ਉਹ ਵੀ ਇਸ ਮਾਮਲੇ ਵਿੱਚ ਬਰਾਬਰ ਦਾ ਦੋਸ਼ੀ ਹੈ। ਉਹਨਾਂ ਨੇ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਰਿਕਾਰਡ ਦੇ ਵਿੱਚ ਹੇਰਾਫੇਰੀ ਕਰਕੇ ਪੈਸੇ ਜੇਬ ਦੇ ਵਿੱਚ ਪਾਏ ਗਏ, ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰ ਦਿੱਤੀ ਗਈ ਹੈ ਤੇ ਹੁਣ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਿਆਸਤ ਨਹੀਂ ਕਰਨੀ ਚਾਹੀਦੀ। ਇਸ ਮੌਕੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਬਣਦੀ ਸਰਦੀ ਕਾਰਵਾਈ ਹੋ ਸਕਦੀ ਸੀ ਉਹਨੂੰ ਅਮਲ ਦੇ ਵਿੱਚ ਲਿਆਂਦਾ ਗਿਆ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਜਿਸ ਤਰੀਕੇ ਦੇ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੇ ਵੱਲੋਂ ਅੱਧੀ ਅਧੂਰੀ ਕਾਰਵਾਈ ਦੇ ਉੱਤੇ ਬੇਹੱਦ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ, ਮੈਨੂੰ ਨਿੱਜੀ ਤੌਰ ਦੇ ਉੱਤੇ ਵੀ ਹੈਰਾਨੀ ਹੁੰਦੀ ਹੈ। ਮੰਨ ਲਓ ਕਿ 1000 ਸਫ਼ੇ ਦੀ ਰਿਪੋਰਟ ਕਿਸੇ ਦੇ ਕੋਲੇ ਵੀ ਕਿਸੇ ਵੀ ਮਾਮਲੇ ਦੀ ਹੈ, ਉਹਦੇ ਵਿੱਚੋਂ ਆਪਾਂ 10 ਸਫ਼ੇ ਨਸ਼ਰ ਕਰਕੇ ਇਹ ਗੱਲ ਕਹੀਏ ਕਿ ਦੇਖੋ ਅਸੀਂ ਸਾਰਾ ਕੁਝ ਕਰ ਦਿੱਤਾ ਨਾ, ਅਸੀਂ ਜਨਤਕ ਕਰ ਦਿੱਤੀ ਹੈ ਨਾ ਰਿਪੋਰਟ, ਤੇ ਇਹਦੇ ਉੱਤੇ ਯਕੀਨ ਕੌਣ ਕਰੂਗਾ? ਕੀ ਸਿਰਫ ਤੇ ਸਿਰਫ ਉਹਨਾਂ 10 ਸਫ਼ਿਆਂ ਦੇ ਵਿੱਚ ਹੀ ਸਾਰੀ ਜਾਣਕਾਰੀ ਸੀ? ਤਾਂ ਫਿਰ ਜਿਹੜੇ ਬਾਕੀ ਦੇ ਸਫ਼ੇ 990 ਆ ਉਹਨਾਂ ਦੇ ਵਿੱਚ ਕੀ ਸੀ? ਤੇ ਜੇਕਰ ਅਸੀਂ 990 ਸਫ਼ੇ ਨਸ਼ਰ ਕਰਨ ਤੋਂ ਇਨਕਾਰੀ ਹੁੰਨੇ ਆ ਤਾਂ ਮਤਲਬ ਇਹ ਆ ਵੀ ਅਸੀਂ ਕੁਝ ਨਾ ਕੁਝ ਲੁਕਾਉਣੇ ਆ। ਉਸ ਤੋਂ ਵੱਡੀ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਮੋੜ ਕਿਹੜੀ ਗੱਲੋਂ ਕੱਟਿਆ ਗਿਆ? ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਅਸੀਂ ਪੁਲਿਸ ਦੇ ਕੋਲੇ ਨਹੀਂ ਜਾ ਰਹੇ? ਕਿਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਆਪੇ ਹੀ ਅਸੀਂ ਕਾਰਵਾਈ ਕਰ ਲੈਣੀ ਆ, ਮਿਸਾਲੀ ਕਾਰਵਾਈ ਕਰਾਂਗੇ? ਉਸ ਤੋਂ ਅਗਲੀ ਗੱਲ ਇਹ ਆ ਕਿ ਡਾਕਟਰ ਰੂਪ ਸਿੰਘ ਕੈਨੇਡਾ ਗਏ ਸੀ, ਉਹਨਾਂ ਨੇ 40 ਦਿਨ ਦੀ ਛੁੱਟੀ ਲਈ ਸੀਗੀ ਪੂਰੀ ਪ੍ਰਕਿਰਿਆ ਦੇ ਮੁਤਾਬਕ। ਉਹ ਜਦੋਂ ਹੁਣ ਵਾਪਸ ਆਏ ਕੈਨੇਡਾ ਤੋਂ ਤੇ ਇਕਾਂਤਵਾਸ ਹੋ ਗਏ, ਉਦੋਂ ਤੱਕ ਇਸ ਮਾਮਲੇ ਦੀ ਅੰਤਰਿਮ ਕਮੇਟੀ ਨੇ ਫੈਸਲਾ ਸੁਣਾਤਾ, ਡਾਕਟਰ ਰੂਪ ਸਿੰਘ ਵੀ ਦੋਸ਼ੀ ਬਣਾਏ। ਉਹਦੇ ਵਿੱਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਵੀ ਇਹ ਗੱਲ ਕਹੀ ਹੈ ਕਿ ਰੂਪ ਸਿੰਘ ਵੀ ਬਰਾਬਰ ਦੇ ਦੋਸ਼ੀ ਆ, ਪਰ ਰੂਪ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮੇਰਾ ਕਸੂਰ ਕੀ ਆ? ਉਹਨਾਂ ਨੇ ਕਿਹਾ ਕਿ ਮੈਂ ਨੈਤਿਕ ਆਧਾਰ ਤੇ ਅਸਤੀਫਾ ਦਿੱਤਾ, ਤੁਸੀਂ ਮੇਰਾ ਅਸਤੀਫਾ ਪ੍ਰਵਾਨ ਕਰ ਲਿਆ। ਜੇਕਰ ਤੁਹਾਨੂੰ ਇਹ ਲੱਗਦਾ ਸੀ ਕਿ ਮੈਂ ਵੀ ਕਸੂਰਵਾਰ ਆ, ਤੁਸੀਂ ਮੇਰਾ ਅਸਤੀਫਾ ਪ੍ਰਵਾਨ ਨਾ ਕਰਦੇ, ਤੁਸੀਂ ਕਹਿੰਦੇ ਵਰਤਮਾਨ ਮੁੱਖ ਸਕੱਤਰ ਆ ਜਿਹੜਾ ਉਹ ਵੀ ਇਹਦੇ ਵਿੱਚ ਕਸੂਰਵਾਰ ਆ, ਤੁਸੀਂ ਅਸਤੀਫਾ ਵੀ ਪ੍ਰਵਾਨ ਕਰਦੇ, ਬਾਅਦ ਦੇ ਵਿੱਚ ਮੈਨੂੰ ਦੋਸ਼ੀ ਵੀ ਕਰਾਰ ਦਿੰਦੇ ਆ। ਇੱਕ ਹੋਰ ਬੜੀ ਮਹੱਤਵਪੂਰਨ ਗੱਲ ਇਹ ਹੈ ਕਿ ਸਾਬਕਾ ਮੁੱਖ ਸਕੱਤਰ ਜਿਹੜੇ ਕਿ ਰੂਪ ਸਿੰਘ ਤੋਂ ਪਹਿਲਾਂ ਸੀ ਹਰਚਰਨ ਸਿੰਘ, ਜਿਨ੍ਹਾਂ ਦੀ 3 ਲੱਖ ਰੁਪਈਆ ਤਨਖਾਹ ਦੀ ਗੱਲ ਕਈ ਵਾਰ ਛਿੜੀ, ਫਿਰ ਉਹ 1 ਲੱਖ ਰੁਪਈਆ ਲੈਣ ਲੱਗ ਪਏ ਸੀ, ਉਹਨਾਂ ਦਾ ਨਾਂ ਵੀ ਇਸ ਮਾਮਲੇ ਦੇ ਨਾਲ ਜੁੜਿਆ। ਉਹਨਾਂ ਨੂੰ ਵੀ ਵਿੱਚ ਬਰਾਬਰ ਦਾ ਕਸੂਰਵਾਰ ਇਹਨਾਂ ਗਾਇਬ ਹੋਏ ਸਰੂਪਾਂ ਦੇ ਵਿੱਚ ਦਰਸਾਇਆ ਗਿਆ। ਤੇ ਉਸ ਤੋਂ ਬਾਅਦ ਗੱਲ ਕਹੀ ਗਈ ਸੀ ਕਿ ਤੁਹਾਨੂੰ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਤਲਬ ਕਰਨਾ। ਪਿਛਲੇ ਦਿਨੀ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ। ਹੁਣ ਇਹ ਵੀ ਪਤਾ ਲੱਗਾ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੇ ਕੁਝ ਖੁਲਾਸੇ ਕਰਨੇ ਸੀ ਸ਼੍ਰੋਮਣੀ ਕਮੇਟੀ ਦੇ ਬਾਰੇ। ਉਹਨਾਂ ਨੇ ਆਪਣੀ ਇੱਕ ਕਿਤਾਬ ਦੇ ਵਿੱਚ ਕਈ ਕਿਸਮ ਦੇ ਸ਼੍ਰੋਮਣੀ ਕਮੇਟੀ ਮੁਤਲਕ ਖੁਲਾਸੇ ਵੀ ਕੀਤੇ ਆ। ਸੋ ਹੁਣ ਸਵਾਲ ਇਹ ਉੱਠ ਰਿਹਾ ਕਿ ਹਰਚਰਨ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਕੌਣ ਆ? ਕਿਹਨੇ ਇਹੋ ਜਿਹੀ ਧਮਕੀ ਦਿੱਤੀ ਹੈ? ਕਿਹਨੇ ਇਹੋ ਜਿਹਾ ਦਬਾਅ ਬਣਾਇਆ ਕਿ ਉਹ ਡਿਪਰੈਸ਼ਨ ਦੇ ਵਿੱਚ ਆਏ, ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਦਿਲ ਦੀ ਧੜਕਣ ਤੇਜ਼ ਹੋਈ ਹੈ? ਸੋ ਇਸ ਮਾਮਲੇ ਦੇ ਉੱਤੇ ਟਕਸਾਲੀ ਦਲ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਇਸ ਮਾਮਲੇ ਦੀ ਪੜਤਾਲ ਜੰਗੀ ਪੱਧਰ ਦੇ ਉੱਤੇ ਹੋਵੇ ਤੇ ਸੱਚੇ ਦਿਲੋਂ ਕੀਤੀ ਜਾਵੇ ਤਾਂ ਬਹੁਤ ਵੱਡੇ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ। ਸੋ ਹਰਚਰਨ ਸਿੰਘ ਦੀ ਮੌਤ ਦਾ ਮਾਮਲਾ, ਰੂਪ ਸਿੰਘ ਦੇ ਉੱਤੇ ਜੋ ਦੋਸ਼ ਲਾਏ ਗਏ ਉਹਦਾ ਮਾਮਲਾ, ਤੇ ਇੱਕ ਪਾਸੇ ਪੁਲਿਸ ਕੋਲੇ ਜਾਣ ਦੀ ਗੱਲ ਕਹਿ ਕੇ ਬਾਅਦ ਦੇ ਵਿੱਚ ਮੋੜ ਕੱਟ ਲੈਣ ਦਾ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੱਕੀ ਜਾਪ ਰਹੇ ਆ। ਕੰਗਣਾ ਰਣੌਤ ਜਿਹੜੀ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਉਹਨੇ ਹੁਣ ਰਾਜਨੀਤੀ ਦੇ ਵਿੱਚ ਪੈਰ ਧਰ ਲਿਆ। ਹਾਲਾਂਕਿ ਇਹ ਕੋਈ ਗੱਲ ਕਹਿ ਨਹੀਂ ਸਕਦਾ ਕਿ ਉਹਨੇ 100% ਦੀ ਪੈਰ ਧਰ ਲਿਆ, ਪਰ ਮੈਨੂੰ ਨਿੱਜੀ ਤੌਰ ਦੇ ਉੱਤੇ ਜਾਪਦਾ ਕਿ ਅਸਿੱਧੇ ਤਰੀਕੇ ਨਾਲ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੀ ਹੈ। ਕੰਗਣਾ ਰਣੌਤ ਇੱਕ ਬੇਬਾਕ ਕੁੜੀ ਹੈ, ਉਹਨੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਕਹੀਆਂ, ਤੇ ਜਿਹੜੀਆਂ ਗੱਲਾਂ ਕਹੀਆਂ ਉਹ ਬਹੁਤ ਘੱਟ ਕੁੜੀਆਂ ਕਹਿਣੀਆਂ। ਜਦੋਂ ਰਿਤਿਕ ਰੋਸ਼ਨ ਦੇ ਨਾਲੋਂ ਉਹਦਾ ਮੁਹੱਬਤੀ ਪ੍ਰਕਿਰਿਆ ਦੇ ਵਿੱਚ ਤੋੜ ਵਿਛੋੜਾ ਪਿਆ ਤੇ ਉਸ ਤੋਂ ਬਾਅਦ ਉਹਨੇ ਮੋਰਚਾ ਖੋਲ੍ਹਿਆ, ਉਹਨੇ ਸੱਚਾਈ ਬਿਆਨ ਕੀਤੀ। ਜਦੋਂ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਬਨਾਮ ਕਤਲ ਦੀ ਗੱਲ ਆਈ, ਉਦੋਂ ਵੀ ਉਹਨੇ ਮੋਰਚਾ ਖੋਲ੍ਹਿਆ। ਫਿਰ ਉਹਨੇ ਇਹ ਵੀ ਗੱਲ ਕਹੀ ਕਿ 99% ਦੀ ਲੋਕ ਆ ਜਿਹੜੇ ਬਾਲੀਵੁੱਡ ਦੇ ਵਿੱਚ ਨਸ਼ੇ ਦੇ ਆਦੀ ਹੈ। ਪਰ ਪਿਛਲੇ ਕਈ ਦਿਨਾਂ ਤੋਂ ਕੰਗਣਾ ਰਣੌਤ ਤੇ ਸੰਜੇ ਰਾਉਤ ਜਿਹੜੇ ਕਿ ਸ਼ਿਵ ਸੈਨਾ ਦੇ ਆਗੂ ਆ, ਇਹਨਾਂ ਦਰਮਿਆਨ ਤਣਾਤਣੀ ਚੱਲਦੀ ਸੀ, ਸ਼ਬਦਕ ਤੌਰ ਦੇ ਉੱਤੇ ਜੰਗ ਚੱਲ ਰਹੀ ਸੀ। ਸੰਜੇ ਰਾਉਤ ਨੇ ਇਹ ਵੀ ਗੱਲ ਕਹੀ ਸੀ ਪਿਛਲੇ ਦਿਨੀ ਕਿ ਮੁੰਬਈ ਨੂੰ ਮਹਾਰਾਸ਼ਟਰ ਨੂੰ POK ਕਹਿੰਦੀ ਹੈ ਕੰਗਣਾ ਰਣੌਤ। ਇਹੋ ਜੀ ਹਰਾਮਖੋਰ ਕੁੜੀ ਨੂੰ ਅਸੀਂ ਪੁੱਛਾਂਗੇ ਕਿ ਉਹ ਇਦਾਂ ਦੀਆਂ ਗੱਲਾਂ ਕਿਉਂ ਕਰ ਰਹੀ ਹੈ। ਇੱਕ ਕੁੜੀ ਦੇ ਬਾਬਤ ਹਰਾਮਖੋਰ ਕਹਿ ਜਾਣਾ ਤੇ ਇਹ ਗੱਲ ਕਹੀ ਜਾਣੀ ਕਿ ਅਸੀਂ ਉਹਨੂੰ ਦੇਖ ਲਾਂਗੇ। ਇਹ ਮਾਮਲਾ ਭਖਣਾ ਵੀ ਸੀ ਤੇ ਹੁਣ ਸ਼ਿਵ ਸੈਨਾ ਤੇ ਭਾਜਪਾ ਇਸ ਮੁਤਲਕ ਆਮੋ ਸਾਹਮਣੇ ਹੋ ਗਈਆਂ। ਪਰ ਕੰਗਣਾ ਰਣੌਤ ਨੂੰ ਇੱਕ ਥੋੜੀ ਜਿਹੀ ਰਾਹਤ ਵਾਲੀ ਗੱਲ ਇਹ ਮਿਲੀ ਹੈ ਕਿ ਉਹਨੂੰ ਵਾਈ ਸਿਕਿਉਰਿਟੀ ਮਿਲ ਗਈ ਹੈ। ਭਾਰਤ ਦੇ ਵਿੱਚ ਤੀਜੇ ਨੰਬਰ ਦੀ ਸਿਕਿਉਰਿਟੀ ਹੈ, ਪਹਿਲੇ ਨੰਬਰ ਦੇ ਉੱਤੇ Z+, ਫਿਰ Z ਤੇ ਫਿਰ ਵਾਈ ਸਿਕਿਉਰਿਟੀ ਜਿਹਨੂੰ ਮਿਲ ਜੇ ਉਹਦੇ ਕੋਲੇ 11 ਗਨਮੈਨ ਹੁੰਦੇ ਆ, ਉਹਦੇ ਵਿੱਚ 2 ਕਮਾਂਡੋ ਹੁੰਦੇ ਆ। ਹੁਣ ਇਉਂ ਲੱਗਦਾ ਜਦੋਂ ਗ੍ਰਹਿ ਵਿਭਾਗ ਦੇ ਵੱਲੋਂ ਕੰਗਣਾ ਨੂੰ ਇਹ ਸਿਕਿਉਰਿਟੀ ਦਿੱਤੀ ਗਈ ਹੈ, ਕੰਗਣਾ ਨੇ ਸਿਫਤਾਂ ਦੇ ਪੁਲ ਅਮਿਤ ਸ਼ਾਹ ਦੇ ਬੰਨ ਦਿੱਤੇ ਆ ਕਿ ਬੇਟੀ ਬਚਾਉਣ ਵਾਲੀ ਗੱਲ ਤਾਂ ਭਾਈ ਤੁਸੀਂ ਹੁਣ ਕੀਤੀ ਹੈ, ਤਾਂ ਇਉਂ ਲੱਗਦਾ ਕਿ ਉਹ ਭਾਜਪਾ ਦੇ ਵਿੱਚ ਗਈ ਕਿ ਗਈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੰਗਣਾ ਰਣੌਤ ਨੂੰ ਵਾਈ ਸਿਕਿਉਰਿਟੀ ਮਿਲਣ ਤੋਂ ਬਾਅਦ ਸ਼ਿਵ ਸੈਨਾ ਦੇ ਕਈ ਨੇਤਾਵਾਂ ਨੇ ਵੱਖੋ ਵੱਖਰੇ ਬਿਆਨ ਦਿੱਤੇ ਨੇ। ਇੱਕ ਸ਼ਿਵ ਸੈਨਕ ਨੇਤਾ ਨੇ ਇਹ ਗੱਲ ਕਹੀ ਹੈ ਕਿ ਕੰਗਣਾ ਰਣੌਤ ਭਾਜਪਾ ਦੀ ਪੋਪਟ ਬਣ ਕੇ ਰਹਿ ਚੁੱਕੀ ਹੈ। ਦੂਜੇ ਸ਼ਿਵ ਸੈਨਾ ਨੇਤਾ ਨੇ ਇਹ ਗੱਲ ਕਹੀ ਹੈ ਕਿ ਕੰਗਣਾ ਰਣੌਤ ਨੂੰ ਜੋ ਕੁਝ ਚਾਹੀਦਾ ਸੀ, ਜਿਹਦੇ ਕਰਕੇ ਉਹ ਡਰਾਮਾ ਰਚ ਰਹੀ ਸੀ, ਉਹ ਕੁਝ ਉਹਨੂੰ ਮਿਲ ਚੁੱਕਿਆ। ਤੇ ਸੰਜੇ ਰਾਉਤ ਨੇ ਇਹ ਗੱਲ ਕਹੀ ਹੈ ਕਿ ਇਸ ਔਰਤ ਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਸੀ, ਜਿਹਨੂੰ ਮੁੰਬਈ ਇੰਡਸਟਰੀ ਇੰਨੀ ਗੰਦੀ ਲੱਗਦੀ ਹੈ, ਜਿਹਨੂੰ ਇਹ ਲੱਗਦਾ ਹੈ ਕਿ ਮੁੰਬਈ ਇੰਡਸਟਰੀ POK ਵਰਗੀ ਹੈ, ਯਾਨੀ ਕਿ ਪਾਕਿਸਤਾਨ ਸਥਿਤ ਅਧਿਕਾਰਤ ਜੰਮੂ ਕਸ਼ਮੀਰ ਵਰਗੀ ਸਥਾਨ, ਉਹਨੂੰ ਇਸ ਵਕਤ ਸਿਕਿਉਰਿਟੀ ਦੇ ਨਹੀਂ, ਉਹਨੂੰ ਸਮਝਾਉਣ ਦੀ ਲੋੜ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸ਼ਿਵ ਸੈਨਿਕ ਤਪੇ ਹੋਏ ਨੇ ਕਿ ਲਗਾਤਾਰ ਕੰਗਣਾ ਰਣੌਤ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ। ਮੰਨਿਆ ਜਾ ਰਿਹਾ ਕਿ 9 ਤਰੀਕ ਨੂੰ, ਯਾਨੀ ਕਿ 9 ਸਤੰਬਰ ਨੂੰ ਮਨਾਲੀ ਤੋਂ ਮੁੰਬਈ ਦੇ ਵਿੱਚ
ਕੰਗਣਾ ਰਣੌਤ ਪਹੁੰਚ ਸਕਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜੇਕਰ ਸ਼ਿਵ ਸੈਨਾ ਦੀ ਗੱਲ ਨੂੰ ਇੱਕ ਪਾਸੇ ਰੱਖ ਦਈਏ ਤਾਂ ਇਹ ਗੱਲ ਪੱਕੀ ਹੈ ਕਿ ਹੁਣ ਕੰਗਣਾ ਰਣੌਤ ਦਾ ਰਾਜਨੀਤਿਕ ਸਫ਼ਰ ਸ਼ੁਰੂ ਹੋ ਚੁੱਕਿਆ। ਉਹਦੇ ਰਾਜਨੀਤਿਕ ਸਫ਼ਰ ਦੇ ਵਿੱਚ ਕੀ ਔਕੜਾਂ ਆਉਂਦੀਆਂ, ਕੀ ਉਹ ਸਫਲ ਹੋਊ, ਕੀ ਭਾਜਪਾ ਦੇ ਵੱਲੋਂ ਰਣਨੀਤੀ ਦੇ ਤਹਿਤ ਉਹਨੂੰ ਅੱਗੇ ਕੀਤਾ ਗਿਆ, ਕੀ ਉਹਨੂੰ ਸਿਕਿਉਰਿਟੀ ਇਸ ਗੱਲ ਕਰਕੇ ਦਿੱਤੀ ਗਈ ਹੈ ਕਿ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਜੇ, ਤੇ ਜੇਕਰ ਉਹ ਭਾਜਪਾ ਦੇ ਵਿੱਚ ਆਉਂਦੇ ਸਮੇਂ 'ਚ ਸ਼ਾਮਲ ਹੋ ਜਾਂਦੀ ਹੈ ਤਾਂ ਉਹਨੂੰ ਕਿਹੜਾ ਰੁਤਬਾ ਦਿੱਤਾ ਜਾਊਗਾ, ਕਿਉਂਕਿ ਆਉਂਦੇ ਸਮੇਂ ਦੇ ਵਿੱਚ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਤਾਂ ਹੈ ਨਹੀਂ। ਇਸ ਕਰਕੇ ਕੰਗਣਾ ਨੂੰ ਕਿਹੜੀ ਗੱਲ ਦੀ ਆਸ ਹੈ, ਵਕਤ ਦੱਸੂਗਾ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੰਗਣਾ ਰਣੌਤ ਆਪਣੇ ਖੇਤਰ ਯਾਨੀ ਕਿ ਆਪਣੀ ਫਿਲਮ ਇੰਡਸਟਰੀ ਦੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਨਾਲ ਵਿਗਾੜ ਚੁੱਕੀ ਹੈ। ਉਹਦਾ ਫਿਲਮੀ ਖੇਤਰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਣਾ ਆਪਾਂ ਜਾਣਦੇ ਹਾਂ ਕਿ ਸੱਚ ਸਭ ਨੂੰ ਚੁੱਭਦਾ, ਕੱਚ ਵਾਂਗੂ ਚੁੱਭਦਾ। ਇਸ ਕਰਕੇ ਜਿਨ੍ਹਾਂ ਲੋਕਾਂ ਦੇ ਬਾਰੇ ਉਹ ਬੋਲੀ ਹੈ, ਜਿਨ੍ਹਾਂ ਬਾਰੇ ਉਹਨੇ ਖੁਲਾਸੇ ਕੀਤੇ ਆ, ਉਹਨਾਂ ਨੇ ਉਹਦੇ ਪਹਿਲਾਂ ਵੀ ਨਹੀਂ ਪੈਰ ਲੱਗਣ ਦਿੱਤੇ ਤੇ ਐਤਕੀ ਵੀ ਹੋ ਸਕਦਾ ਉਹ ਘੱਟ ਲੱਗਣ ਦੇਣ ਜਾਂ ਨਾ ਲੱਗਣ ਦੇਣ। ਸੋ ਚੁਣੌਤੀਆਂ ਦਾ ਪਹਾੜ ਕੰਗਣਾ ਰਣੌਤ ਦੇ ਮੂਹਰੇ ਆ ਤੇ ਵੇਖਦੇ ਆ ਉਹ ਇਸ ਪਹਾੜ ਨੂੰ ਸਰ ਕਿਵੇਂ ਕਰਦੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।